ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ। ਪੰਜਾਬ ਦੀ ਇਹ ਤਾਜ਼ਾ ਹਾਲਾਤ। ਸਭ ਤੋਂ ਪਹਿਲਾਂ ਰੁਖ ਸਿੱਧਾ ਕਿਸਾਨੀ ਸੰਘਰਸ਼ ਤੇ ਗੱਲ ਕਰਾਂਗੇ। ਨਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਤੇ ਇਸ ਦੇ ਨਾਲ ਹੀ ਕਿਸਾਨੀ ਅੰਦੋਲਨ ਵੀ ਵੱਖਰੇ ਪੜਾਵਾਂ ਦੇ ਉੱਤੇ ਚੱਲਦਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਅੱਜ 37ਵਾਂ ਦਿਨ ਹੈ। ਲਗਾਤਾਰ ਦਿੱਲੀ ਦੀਆਂ ਵਰੂਹਾਂ ਦੇ ਉੱਤੇ ਪੰਜਾਬ ਅਤੇ ਪੂਰੇ ਭਾਰਤ ਦਾ ਅੰਨਦਾਤਾ ਦਿੱਲੀ ਦੀਆਂ ਵਰੂਹਾਂ ਦੇ ਉੱਤੇ ਬੈਠਾ ਹੈ ਤੇ ਕੜਾਕੇ ਦੀ ਠੰਡ ਹੈ। ਇਸ ਦਰਮਿਆਨ ਵੀ ਸੰਘਰਸ਼ ਦੇ ਵਿੱਚ ਕਿਸੇ ਕਿਸਮ ਦੀ ਕਮੀ ਮਹਿਸੂਸ ਨਹੀਂ ਕੀਤੀ ਜਾ ਰਹੀ। ਸੰਘਰਸ਼ ਦੇ ਵਿੱਚ ਲਗਾਤਾਰ ਕਿਸਾਨ ਡਟੇ ਹੋਏ ਨੇ। ਸਿੱਧਾ ਕਿਸਾਨਾਂ ਦੇ ਵੱਲ ਹੀ ਰੁਖ ਕਰਾਂਗੇ। ਕਿਸਾਨਾਂ ਦੇ ਹੌਸਲੇ ਕਿੰਨੇ ਕੁ ਬੁਲੰਦ ਨੇ ਤੇ ਸਰਕਾਰ ਨੂੰ ਲੈ ਕੇ ਕਿਹੋ ਜਿਹੀਆਂ ਟਿੱਪਣੀਆਂ किसानों के ਵੱਲੋਂ ਕੀਤੀਆਂ ਜਾ ਰਹੀਆਂ ਨੇ, किसानों की ही जुबानी सुनते हैं। देखिए 35 दिन पिछले 6 महीने हो गए चलते को आंदोलन, तो उसके बाद थोड़ा सा सकारात्मक रूप आया है। तो ये आंदोलन के ही कारण है कि आया, तो इसको हम और बढ़ाएंगे ताकि सरकार को पूरी हम अपनी मांगें मनाएं। तो ये हम इसको आंदोलन को वापस लेते हैं। जब भूख हड़ताल ख़त्म करते हैं तो फिर सरकार अपनी फिर वही अड़ी रवैया बिल को फिर पास करेगी। इसलिए आंदोलन जारी रखेंगे, इसको और बढ़ाएंगे कि ये बिल वापस हों, रिपील हों। वो देखिए जो बातचीत चल रही है, मीटिंग हो रही है, 4 तारीख की मीटिंग है, तो उसके लिए हम 4 तारीख तक पोस्टपोन किया है। जो मेन बात है वो 3 काले कानून हैं जिनके लिए हम जो है सरदार से गुलाम बन जाएंगे। हमारे पास जो है 1954 की बात है, सरदार दिलीप सिंह छीना होते थे, आईजी पुलिस पेप्सू। मुझे उन्होंने बताया था कि बेटा समय ऐसा आएगा कि आपको गुलाम बना दिया जाएगा। हम सोचते कैसे होएगा ये, अब आंखों देख रहे हैं कि वही बात है, जो ज़मीन के मालिक हैं नौकर बन जाएंगे। तो इसलिए के लिए हमने जो संघर्ष किया, आज़ादी के लिए अपना खाए। सोचनी बात, किसने संघर्ष किया, किसने फांसी चढ़े, कौन असले और मौज कौन कर रहा है। जिसने एक तिनका भी काम नहीं किया वो हुकूमत कर रहे हैं। और मैं बुरा ना मानना, मैं कहता हूँ हिंदुस्तान की जो है देश की बागडोर उनके पास है जिनसे इंसानियत कोसों दूर भागती है। देखो ये किसानी मोर्चा लगा हुआ है ना, संयुक्त मोर्चा, उसके लिए NRI वीर पंजाब से, हरियाणा से, पूरे स्टेटों से जितने भी लोग आए हुए हैं, अपना जो तिल फुल है इसके हमारे इधर मोर्चे के लिए सहायता दे रहे हैं। तो वो नियमबद्ध तरीके से एक अपारदर्शी कि कोई भी इधर पूछ सकता है कि पैसा किधर से आया, कितना आया। कोई 10 रुपये से लेके लाख 2-2 लाख तक रुपया इधर दे रहा है। और नियमबद्ध तरीके से 3-4 कॉपी में हम नोट करके एक अपारदर्शी तरीके से लोगों को उधर इस किसानी अंदोलन ਦੇ ਵਿੱਚ ਇੱਕ ਪਾਸੇ ਜਿੱਥੇ ਕਿਸਾਨ ਤਾਂ ਡਟੇ ਹੋਏ ਨੇ, ਕਿਸਾਨਾਂ ਦੇ ਪਰਿਵਾਰ ਵੀ ਇਸ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ। 37ਵਾਂ ਦਿਨ ਹੈ ਤੇ ਇਸ 37ਵੇਂ ਦਿਨ ਦੇ ਵਿੱਚ ਵੀ ਬੱਚੇ, ਬਜ਼ੁਰਗ, ਔਰਤਾਂ ਸਮੇਤ ਹਰ ਇੱਕ ਵਰਗ ਦੇ ਨੌਜਵਾਨ ਇਸ ਅੰਦੋਲਨ ਦੇ ਵਿੱਚ ਹਿੱਸਾ ਪਾ ਰਹੇ ਨੇ। ਪੰਜਾਬ ਦਾ ਕੋਈ ਵੀ ਭਾਈਚਾਰਾ ਹੋਵੇ ਇਸ ਅੰਦੋਲਨ ਦੇ ਵਿੱਚ ਨਜ਼ਰ ਆ ਰਿਹਾ ਹੈ। ਔਰਤਾਂ ਦੇ ਵੱਲੋਂ ਕਿਹੋ ਜਿਹੀ ਟਿੱਪਣੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਲੈ ਕੇ ਕੀਤੀ ਜਾ ਰਹੀ ਹੈ ਉਹ ਵੀ ਸੁਣਦੇ ਹਾਂ। ਇਹ ਤਾਂ ਸਾਡੀ ਅੰਸ਼ਕ ਜੀ ਜਿੱਤ ਆ। ਉਹ ਬਿੱਲ ਪਾਸ ਕਰਨ ਦਾ ਸਾਨੂੰ ਤਾਂ ਲਾਭ ਆ ਜੇ ਸਾਡੀਆਂ ਜ਼ਮੀਨਾਂ ਸਾਡੇ ਕੋਲ ਰਹਿਣਗੀਆਂ। ਤਾਂ ਜੇ ਪਹਿਲੇ ਖੇਤੀ ਕਾਨੂੰਨ ਵਾਪਸ ਲਏ ਜਾਣਗੇ ਤਾਂ ਸਾਨੂੰ ਉਹਨਾਂ ਬਿੱਲਾਂ ਦਾ ਫਾਇਦਾ ਹੈ। ਪਰ ਇੱਕ ਗੱਲ ਆ ਵੀ ਚਲੋ ਉਹਦੇ ਨਾਲ ਸਾਨੂੰ ਐਂ ਲੱਗਿਆ ਵੀ ਸਰਕਾਰ ਕੁਛ ਪੋਜ਼ਿਟਿਵ ਹੋਈ ਆ। ਪਹਿਲਾਂ ਗੱਲ ਸੁਣਨ ਨੂੰ ਤਿਆਰ ਨਹੀਂ ਸੀ, ਇੰਨੇ ਦਿਨਾਂ ਦੇ ਅੰਦੋਲਨ ਤੋਂ ਬਾਅਦ ਉਹਨਾਂ ਨੇ ਗੱਲ ਸੁਣੀ ਆ। ਜੇ ਪਹਿਲੇ ਖੇਤੀ ਵਾਲੇ ਕਾਨੂੰਨ ਵਾਪਸ ਹੋਣਗੇ ਤਾਂ ਹੀ ਉਹ ਬਿੱਲ ਆ ਜਿਹੜੇ ਸਾਡੇ ਲਈ ਉਹਨਾਂ ਦਾ ਕੋਈ ਮੁੱਲ ਵਾਪਸ ਨਵਾਂ ਸਾਲ ਸਾਡਾ ਉਸੇ ਤਰ੍ਹਾਂ ਹੀ ਮਨਾਇਆ ਜਾਊਗਾ ਜਿਸ ਤਰ੍ਹਾਂ ਅਸੀਂ ਪਹਿਲਾਂ ਦੀਵਾਲੀ ਵੀ ਸੰਘਰਸ਼ਾਂ ਦੇ ਮੈਦਾਨ 'ਚ ਹੀ ਮਨਾਈ ਹੈ, ਦੁਸਹਿਰਾ ਵੀ ਮਨਾਇਆ ਹੈ। ਨਵੇਂ ਸਾਲ ਦੇ ਜਿਹੜੇ ਜਸ਼ਨ ਆ ਉਹ ਵੀ ਇਸ ਸੰਘਰਸ਼ਾਂ ਦੇ ਮੈਦਾਨ 'ਚ ਹੀ ਮਨਾਏ ਜਾਣਗੇ। ਕਿਸਾਨ ਯੂਨੀਅਨਾਂ ਦੇ ਸਾਡੇ ਆਗੂਆਂ ਨੇ ਸਾਰੇ ਕਿਸਾਨਾਂ ਨੂੰ, ਸਾਰੇ ਲੋਕਾਂ ਨੂੰ ਸੱਦਾ ਦਿੱਤਾ ਹੈ ਵੀ ਜੋ ਵੀ ਤੁਸੀਂ ਆਪਣੇ ਪਰਿਵਾਰਕ ਜਸ਼ਨ ਆ ਜਾਂ ਨਵੇਂ ਸਾਲ ਦੇ ਜਸ਼ਨ ਆ ਉਹ ਇਹਨਾਂ ਅੰਦੋਲਨਾਂ 'ਚ ਆਓ। ਲੋਕਾਂ ਦੇ ਆਉਣ ਨਾਲ ਜਿਹੜੀ ਅੰਦੋਲਨ ਦੀ ਜਿਹੜੀ ਰੂਹ ਆ ਉਹ ਮਤਲਬ ਬਦਲ ਜਾਂਦੀ ਹੈ। ਇਹ ਤਾਂ ਸਾਡੀ ਛੋਟੀ ਜਿਹੀ, ਅਸੀਂ ਤਾਂ ਛੋਟੀ ਜਿਹੀ ਜਿੱਤ ਮੰਨਦੇ ਹਾਂ ਵੀ ਸਰਕਾਰ ਝੁਕ ਗਈ, ਝੁਕਣਾ ਸ਼ੁਰੂ ਹੋ ਗਈ।
ਸਰਕਾਰ ਝੁਕੀ ਵੀ ਤਾਂ ਹੈਗੀ ਆ, ਪਰ ਉਹ ਆਪਦੀ ਸ਼ਰਮ ਮਹਿਸੂਸ ਕਰ ਰਹੀ ਆ ਕਿਸਾਨਾਂ ਅੱਗੇ। ਹੌਲੀ ਹੌਲੀ ਅਸੀਂ ਤਿੰਨੇ ਬਿੱਲ ਵੀ ਦੂਜੇ ਵਾਪਸ ਕਰਾਵਾਂਗੇ। ਜਿੰਨਾ ਚਿਰ ਸਰਕਾਰ ਉਹ ਬਿੱਲ ਵਾਪਸ ਨਹੀਂ ਕਰਦੀ, ਸਾਡੇ ਧਰਨੇ ਇਸੇ ਤਰ੍ਹਾਂ ਜਾਰੀ ਰਹਿਣਗੇ। ਸਾਡੇ ਜੋ ਵੀ ਹੁਣ ਤੱਕ ਤਿਉਹਾਰ ਲੰਘੇ ਆ, ਦੀਵਾਲੀ, ਦੁਸਹਿਰਾ ਤੇ ਲੋਹੜੀ ਵੀ ਆ ਰਹੀ ਆ ਤੇ ਨਵਾਂ ਸਾਲ ਵੀ ਆ ਰਿਹਾ, ਉਦੋਂ ਪਹਿਲਾਂ ਅਸੀਂ ਇਸੇ ਤਰ੍ਹਾਂ ਧਰਨਿਆਂ ਤੇ ਮਨਾਵਾਂਗੇ। ਜਿਹੜੇ ਅੱਗੇ ਅਸੀਂ ਸਰਕਾਰ ਦੀ ਨਲਾਇਕੀ ਕਾਰਨ ਸਾਨੂੰ ਸਾਰੇ ਤਿਉਹਾਰ ਧਰਨਿਆਂ ਤੇ ਮਨਾਉਣੇ ਪਏ, ਜਿਹੜੇ ਕਿ ਅਸੀਂ ਅੱਗੇ ਘਰੇ ਆਪਦੇ ਬੱਚਿਆਂ 'ਚ ਬਹਿ ਕੇ ਮਨਾਉਂਦੇ ਸੀ, ਉਹ ਹੁਣ ਅਸੀਂ ਧਰਨਿਆਂ ਤੇ ਮਨਾਵਾਂਗੇ। ਇਹਦੇ ਤੇ ਦੇਖੋ ਲੰਬੇ ਸਮੇਂ ਤੋਂ ਸਾਡਾ ਸੰਘਰਸ਼ ਆ ਜਿਹੜਾ ਉਹ ਚੱਲ ਰਿਹਾ ਹੈ। ਪਹਿਲਾਂ ਸਰਕਾਰ ਆ ਜਿਹੜੀ ਉਹ ਕਿਸਾਨਾਂ ਨੂੰ ਬੁਲਾ ਕੇ ਉਹ ਟਾਲ ਮਟੋਲ ਦੀ ਨੀਤੀ ਤੇ ਚੱਲਦੀ ਸੀ ਵੀ ਆਓ ਤੁਹਾਨੂੰ ਜਿਹੜੇ ਅਸੀਂ ਕਾਨੂੰਨ ਹੈ ਉਹ ਸਮਝਾ ਦਿੰਦੇ ਆ। ਤੇ ਕੱਲ ਕੁਝ ਸਿਖਾਵੇਂ ਮਾਹੌਲ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਜਿਹੜੀ ਮੀਟਿੰਗ ਹੈ ਉਹ ਹੋਈ ਹੈ। ਉਹਦੇ 'ਚ ਦੋ ਮੰਗਾਂ ਦਾ ਜਿਹੜਾ ਬਿਜਲੀ ਸੋਧ ਬਿੱਲ ਹੈ ਤੇ ਇੱਕ ਪਰਾਲੀ ਵਾਲਾ ਜਿਹੜਾ, ਇਹਨਾਂ ਤੇ ਸਹਿਮਤੀ ਬਣੀ ਹੈ। ਹਜੇ ਵਾਪਸ ਲੈਣ ਵਾਲਾ ਅਗਲੀ ਗੱਲ ਹੈ, ਉਹ ਲੈਂਦੇ ਆ ਕਿ ਨਾ ਲੈਂਦੇ ਆ। ਪਰ ਸਾਡਾ ਜਿਹੜਾ ਮੇਨ ਮੁੱਦਾ ਹੈਗਾ ਉਹ ਹੈਗਾ ਜਿਹੜੇ ਖੇਤੀ ਵਿਰੋਧੀ ਕਾਲੇ ਕਾਨੂੰਨ ਲਾਗੂ ਕੀਤੇ ਆ, ਉਹ ਮੇਨ ਮੁੱਦਾ ਅਸਲ 'ਚ ਉਹ ਹੈ। ਸਾਡੇ ਕੋਲੇ ਜੇ ਪਰਾਲੀ ਵਾਲਾ ਮੁੱਦਾ ਤਾਂ ਫਿਰ ਹੀ ਰਹੂ ਨਾ ਸਾਡਾ, ਜੇ ਸਾਡੇ ਕੋਲੇ ਜ਼ਮੀਨਾਂ ਰਹਿਣਗੀਆਂ। ਜੇ ਜ਼ਮੀਨਾਂ ਹੀ ਨਹੀਂ ਰਹਿੰਦੀਆਂ ਤਾਂ ਸਾਡੀ ਪਰਾਲੀ ਨੂੰ ਅੱਗ ਕਿੱਥੇ ਲਾਉਣੀ ਹੈ। ਤੇ ਇਸ ਕਰਕੇ ਸਾਡਾ ਮੇਨ ਮੁੱਦਾ ਜਿਹੜਾ ਉਹ ਜਿਉਂਦਾ ਤਿਉਂ ਖੜਾ ਹੈਗਾ। ਤੇ ਸਾਡੇ ਲੋਕਾਂ ਦੇ ਹੌਸਲੇ ਆ ਜਿਹੜੇ ਉਹ ਬੁਲੰਦ ਨੇ। ਕੋਈ ਉੱਥੋਂ ਆਉਣ ਦੀ ਕਾਹਲ ਨਹੀਂ ਕਰ ਰਿਹਾ, ਸਗੋਂ ਸਾਰੇ ਜਿੰਨੇ ਵੀ ਸਾਥੀ ਉੱਥੋਂ ਜਾ ਕੇ ਆਉਂਦੇ ਆ ਉਹ ਸਗੋਂ ਇਹ ਕਹਿੰਦੇ ਆ ਵੀ ਯਾਰ ਸਾਡਾ ਜੇ ਉੱਥੇ ਹੋਰ ਰਹਿਣ ਨੂੰ ਜੀ ਕਰਦਾ ਸੀ। ਜਾਂ ਵੱਡੇ ਕਾਫਲੇ ਆ ਜਿਹੜੇ ਉਹ ਲਗਾਤਾਰ ਆ ਉਹ ਦਿੱਲੀ ਦੇ ਵਿੱਚ ਪਹੁੰਚ ਰਹੇ ਆ। ਇਹ ਜਿਹੜੇ ਦੋ ਬਿੱਲ ਦਾ ਫੈਸਲਾ ਹੋਇਆ ਕਿਸਾਨ ਜਥੇਬੰਦੀਆਂ ਨਾਲ, ਇਹ ਮੈਂ ਸਮਝਦੀ ਹਾਂ ਵੀ ਸਾਡੇ ਸੰਘਰਸ਼ ਦੀ ਮਤਲਬ ਇੱਕ ਵਧੀਆ ਜਿੱਤ ਆ। ਤੇ ਜਿਹੜਾ ਸਰਕਾਰ ਦਾ ਬਿਹੇਵ ਸੀ ਉਹ ਵੀ ਦੇਖਣ ਨੂੰ ਮਿਲਿਆ ਕਿ ਜਿਹੜੇ ਸਾਡੇ ਲੋਕਾਂ ਨੂੰ, ਸਾਡੇ ਲੜਨ ਵਾਲੇ ਸੰਘਰਸ਼ੀ ਲੋਕਾਂ ਨੂੰ ਅੱਤਵਾਦੀ, ਵੱਖਵਾਦੀ ਜਾਂ ਟੁਕੜੇ ਗੈਂਗ ਕਹਿੰਦੇ ਸੀ, ਕਿ ਉਸ ਸਾਡੇ ਲੋਕਾਂ ਬਾਰੇ ਉਹਨਾਂ ਨੂੰ ਸਹੀ ਪਤਾ ਲੱਗਿਆ ਕਿ ਅਸਲ ਦੇ ਵਿੱਚ ਕੌਣ ਨੇ। ਇਸੇ ਕਰਕੇ ਸਰਕਾਰ ਨੇ ਉਹਨਾਂ ਦੇ ਨਾਲ ਲੰਗਰ ਵੀ ਖਾਧਾ। ਇਹ ਵੀ ਸਾਡੀ ਇੱਕ ਵੱਡੀ ਜਿੱਤ ਸਮਝਦੀ ਹਾਂ ਮੈਂ, ਤੇ ਕਿ ਅਸੀਂ ਅੱਧੀ ਜਿੱਤ ਜਿਹੜੀ ਇਹ ਪ੍ਰਾਪਤ ਕਰ ਕੀਤੀ। ਇੱਕ ਪਾਸੇ ਜਿੱਥੇ ਪੰਜਾਬੀ ਭਾਰਤ ਦੇ ਵਿੱਚ ਭਾਰਤ ਦੀ ਇਕਨੋਮੀ ਨੂੰ ਅੱਗੇ ਵਧਾਉਣ ਦੇ ਲਈ ਵੱਡਾ ਹਿੱਸਾ ਪਾ ਰਹੇ ਨੇ, ਉੱਥੇ ਹੀ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀਆਂ ਦੇ ਕਾਰੋਬਾਰ ਸਿਖਰਾਂ ਦੇ ਉੱਤੇ ਨੇ। ਪੰਜਾਬੀਆਂ ਦੇ ਵੱਲੋਂ ਕਿਸਾਨੀ ਅੰਦੋਲਨ ਦੇ ਦੌਰਾਨ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦੇਸ਼ਾਂ ਦੇ ਵਿੱਚੋਂ ਅਜਿਹੇ ਲੋਕ ਵੀ ਨੇ ਜੋ ਵਿਦੇਸ਼ਾਂ ਦੇ ਵਿੱਚੋਂ ਸਿਰਫ ਕਿਸਾਨਾਂ ਦੀ ਮਦਦ ਕਰਨ ਦੇ ਲਈ ਦਿੱਲੀ ਪਹੁੰਚਦੇ ਨੇ ਤੇ ਉੱਥੋਂ ਹੀ ਵਾਪਸ ਉਹਨਾਂ ਦੀ ਮਦਦ ਕਰਕੇ ਪਰਤ ਜਾਂਦੇ ਨੇ। ਅਜਿਹੇ ਲੋਕਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਜਿਨ੍ਹਾਂ ਲੋਕਾਂ ਦੇ ਵੱਲੋਂ ਸਿਰਫ ਕਿਸਾਨੀ ਮਦਦ ਦੇ ਲਈ ਹੀ ਭਾਰਤ ਆਉਣ ਦਾ ਪਲਾਨ ਬਣਾਇਆ ਗਿਆ ਸੀ। ਕੇਂਦਰ ਦੇ 3 ਖੇਤੀ ਆਰਡੀਨੈਂਸਾਂ ਦੇ ਖਿਲਾਫ ਕਿਸਾਨਾਂ ਵੱਲੋਂ ਜੋ ਧਰਨਾ ਦਿੱਲੀ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਅੱਜ ਅਸੀਂ ਕੈਨੇਡਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਤਿੰਦਰ ਜੇ ਮਨਹਾਸ ਉਹਨਾਂ ਦੇ ਵਿਸ਼ੇਸ਼ ਉਪਰਾਲੇ ਨਾਲ ਅਸੀਂ ਵੀ ਅੱਜ ਦਿੱਲੀ ਜਾ ਰਹੇ ਹਾਂ। ਆਪਣੇ ਭਰਾਵਾਂ ਦੀ ਹਮਾਇਤ ਕਰਾਂਗੇ। ਉਹਨਾਂ ਦੀ ਸਿਹਤ ਜੋ ਮੈਡੀਕਲ ਕੈਂਪ ਹੈ ਲਾਇਨਸ ਆਈ ਹਸਪੀਟਲ ਵੱਲੋਂ ਲਗਾਇਆ ਜਾਏਗਾ, ਚੈੱਕਅਪ ਵੀ ਹੋਵੇਗਾ, ਗਰਮ ਕੱਪੜੇ ਵੀ ਦੇਵਾਂਗੇ ਤੇ ਪੂਰੀ ਤਰ੍ਹਾਂ ਨਾਲ ਸਾਰਾ ਪੰਜਾਬ ਜੋ ਹੈ ਕਿਸਾਨਾਂ ਦੇ ਨਾਲ ਹੈ। ਅਸੀਂ ਮੋਦੀ ਸਾਹਿਬ ਨੂੰ ਇੱਕ ਵਾਰ ਫੇਰ ਬੇਨਤੀ ਕਰਦੇ ਹਾਂ ਕਿ ਆਪਣੇ ਕਾਨੂੰਨਾਂ ਤੇ ਨਜ਼ਰਸਾਨੀ ਕਰਨ, ਇਹਨਾਂ ਨੂੰ ਵਾਪਸ ਲੈਣ ਤਾਂ ਜੋ ਪੰਜਾਬੀਅਤ ਅਤੇ ਕਿਸਾਨੀ ਨੂੰ ਬਚਾਇਆ ਜਾ ਸਕੇ। ਉਧਰ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪੰਜਾਬ ਦੇ ਸੰਸਥਾ ਅਤੇ ਵਿਧਾਇਕਾਂ ਦਾ ਵੀ ਧਰਨਾ ਲਗਾਤਾਰ ਜਾਰੀ ਹੈ ਤੇ ਇਹ ਲਗਾਤਾਰ ਬੀਤੇ 25 ਦਿਨਾਂ ਤੋਂ ਸੰਘਰਸ਼ ਦੇ ਉੱਤੇ ਡਟੇ ਹੋਏ ਨੇ ਤੇ ਇਹਨਾਂ ਦੇ ਵੱਲੋਂ ਮੰਗ ਹੈ ਕਿ ਕਿਸਾਨੀ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਇਸ ਦਰਮਿਆਨ ਵੱਖ-ਵੱਖ ਕਾਂਗਰਸ ਦੇ ਸੀਨੀਅਰ ਆਗੂ ਇਹਨਾਂ ਸਾਰੇ ਵਿਧਾਇਕਾਂ ਤੇ ਸੰਸਥਾ ਨੂੰ ਮਿਲਣ ਦੇ ਲਈ ਪਹੁੰਚ ਰਹੇ ਨੇ, ਜਿੱਥੇ ਇਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਜਾਂਦੀ ਹੈ ਤੇ ਸਰਕਾਰ ਤੋਂ ਵੀ ਮੰਗ ਕੀਤੀ ਜਾਂਦੀ ਹੈ ਕਿ ਇਹਨਾਂ किसानी मंगों को जल्द मनिया जाए। देखिए 4 में से 2 मुद्दों पर सहमति बन गई, अच्छी बात है। कल किसी ने कुछ कहा कि दुम तो खींच ली आपने और हाथी जो है वो अभी भी फंसा हुआ है। किसान को भी तो कुछ कहने दीजिए, हर चीज़ आप ही कहेंगे, हर चीज़ सरकार ही कहेगी कि कितने पर सहमति हुई कितने पे नहीं हुई। जो किसान की जान जिस चीज़ में है उस पर तो बात भी नहीं हुई, उस पर तो बात भी नहीं हुई। छोटी मोटी चीज़ें आपने इधर उधर फैलाकर और उस पर सहमति करवा ली तो होनी थी, वो तो होनी ही थी। लेकिन असल जो बात जिसमें जान है किसान की वो एमएसपी की बात है, और वो जो पूरा ढांचा है, जिससे कि एमएसपी सुरक्षित हो पाएगा और जिससे कि जो सरकार
खरीद करती है वो सुरक्षित रहेगी, जो अनाज की खरीद सरकार करती है वो सुरक्षित रहेगी। ये सारी बातें हैं जिस पर अभी चर्चा कहाँ हुई है, चर्चा होगी तब देखा जाएगा। नहीं तो पहले वो मेरा सुझाव ये है कि पहले वो इस बात पे चर्चा करें कि किसान तुम बहुत बेवकूफ़ हो, तुमको लोग वर्गला सकते हैं, पहले इस पे चर्चा कर लें और जवाब सुन लें। जब उन्हें आदमी का सम्मान करना नहीं आता, किसान गलत ही हो, मानो गलत है, लेकिन हमारे लोकतंत्र में अपनी बात कहने का, अपना मत रखने का तो अधिकार है ना। हर एक आदमी एक ही बात तो नहीं करता है। अब ये क्या कर दिया है, इन्होंने कहा है कि एक चुनाव कराएंगे, एक विधान रखेंगे, एक सरकार बनाएंगे, एक पार्टी रखेंगे, एक ही मूल्य रखेंगे, हम जो चाहेंगे वो करेंगे और तुम नहीं करोगे। लेकिन लोकतंत्र में अलग अलग लोग अपनी अपनी सोच में व्यस्त रहते हैं और अपनी अपनी सोच रखने का अधिकार लोगों का होता है। जब तक ये सम्मान करना नहीं सीखेंगे, मैं तो कहता हूँ किसानों ने मांग सिर्फ एमएसपी की है। मैं तो कहता हूँ कि मैं अगर किसान नेता होता, मैं किसान नेता नहीं हूँ, मैं समर्थन दे रहा हूँ किसानों को, तो मैं तो किसानों से निवेदन करता कि आप सरकार से कहो कि हमारी पहली मांग है सम्मान करो। ਅੱਜ ਅਸੀਂ 25 ਦਿਨ ਹੋ ਗਏ ਬੈਠੇ ਆ, ਕਾਦੇ ਲਈ ਬਈ ਇਹ ਨਿਗਾਹ ਰੱਖੀਏ, ਇਹ ਧਿਆਨ ਰੱਖੀਏ ਵੀ ਇਹ ਬੜੇ ਸ਼ੈਤਾਨ ਨੇ। ਆ ਜਦੋਂ ਹੁਣ ਕੱਲ ਕਹਿਤਾ 2 ਬਿੱਲ ਅਸੀਂ ਵਾਪਸ ਲੈ ਲਏ, ਭਾਈ ਸਾਹਿਬ ਕਿਹੜਾ ਬਿੱਲ ਵਾਪਸ ਲੈ ਲਿਆ ਤੁਸੀਂ? ਅਸੀਂ ਉਸ ਪਾਰਲੀਮੈਂਟ ਦੇ ਮੈਂਬਰ ਹਾਂ, ਪਾਵਰ ਬਿੱਲ ਤਾਂ ਆਏ ਹੀ ਨਹੀਂ ਕੋਈ। ਪਾਰਲੀਮੈਂਟ 'ਚ ਕਿਹੜਾ ਬਿੱਲ ਵਾਪਸ ਤੁਸੀਂ ਲੈ ਲਿਆ? ਉਹ ਤਾਂ ਹਜੇ ਆਉਣਾ, ਹਜੇ ਤਾਂ ਉਹ ਗੱਲ ਡਰਾਫਟਿੰਗ ਹੋ ਰਹੀ ਸੀ ਉਹਦੀ। ਦੂਜਾ ਤੁਸੀਂ ਪਰਾਲੀ ਵਾਲੀ ਗੱਲ ਕੀਤੀ ਹੈ, ਪਰਾਲੀ ਵਾਲਾ ਵੀ ਕੋਈ ਪਾਰਲੀਮੈਂਟ 'ਚ ਨਹੀਂ ਆਇਆ ਸੀ, ਉਹ ਤਾਂ ਬਾਅਦ 'ਚ ਇਹਨਾਂ ਨੇ ਆਪਣਾ ਜਿਹੜਾ ਉਹ ਹਜੇ ਗੱਲਾਂ ਗੁੱਲਾਂ ਕਰ ਰਹੇ ਸੀ। ਇੱਕ ਵੀ ਅਸੀਂ ਪੰਜਾਬ ਦੇ ਵਿੱਚ ਕਿਸੇ ਤੇ 1 ਕਰੋੜ ਰੁਪਈਆ ਜਾਂ ਉਹਨੂੰ ਜੁਰਮਾਨਾ ਹੋਣ ਦਿੱਤਾ 2 ਸਾਲ ਦੀ ਕੈਦ। ਇਸ ਕਰਕੇ ਤੁਸੀਂ ਬਿਲਕੁਲ ਭੋਲੇ ਭਾਲੇ ਕਿਸਾਨਾਂ ਨੂੰ ਗਮਰਾਹ ਨਾ ਕਰੋ ਕਿ ਸਾਨੂੰ ਸਭ ਪਤਾ ਤੁਹਾਡੇ ਹੱਥ ਕੰਡੇ ਕੀ ਨੇ। ਤੁਹਾਨੂੰ ਮਤਲਬ ਕਿਸਾਨਾਂ ਦੇ ਨਾਲ ਨਹੀਂਗਾ, ਕਿਸਾਨਾਂ ਦੇ ਬਿੱਲਾਂ ਨਾਲ ਨਹੀਂਗਾ। ਤੁਸੀਂ ਸਿਰਫ ਆ ਜਿਹੜਾ 25 ਲੱਖ ਬੰਦਾ ਬੈਠਾ, ਤੁਹਾਡਾ ਦਿਮਾਗ, ਤੁਹਾਡਾ ਛੜਯੰਤਰ ਇਸ 'ਚ ਲੱਗਿਆ ਹੋਇਆ ਵੀ ਕਿਵੇਂ ਇਹਨਾਂ ਦੇ ਲੀਡਰਾਂ ਨੂੰ ਤੇ ਕਿਸੇ ਤਰੀਕੇ ਨਾਲ ਅਸੀਂ ਇਹਨਾਂ ਨੂੰ ਪੰਜਾਬ ਵਾਪਸ ਭੇਜ ਦਈਏ। ਬਿਲਕੁਲ ਵੀ ਤੁਹਾਡੇ ਤੇ ਪ੍ਰੈਸ਼ਰ ਜਿਹੜਾ ਉਹ ਨਾ ਤੁਹਾਡੇ ਧਿਆਨ 'ਚ ਬਿੱਲ ਨੇ, ਸਿਰਫ ਤੁਸੀਂ ਇਹ ਸਾਰੇ ਕਿਸਾਨਾਂ ਨੂੰ ਉਰਿਓਂ ਵਾਪਸ ਭੇਜਣਾ ਚਾਹੁੰਦੇ ਹੋ ਤੇ ਆਪਣੇ ਪ੍ਰੈਸ਼ਰ ਤੋਂ ਜਿਹੜਾ ਹੈ ਉਹ ਆਰਾਮ ਨਾਲ ਹੋਣਾ ਚਾਹੁੰਦੇ ਹੋ। ਹੋਰ ਕੋਈ ਗੱਲ ਨਹੀਂ ਤੁਹਾਡੀ। ਹੁਣ ਤੁਸੀਂ, ਮੈਨੂੰ ਇਹ ਵੀ ਪਤਾ ਹੈ, ਤੁਸੀਂ ਹੁਣ 2-3 ਗੱਲਾਂ 4 ਤਰੀਕ ਨੂੰ ਮੀਟਿੰਗ 'ਚ ਕਿਸਾਨ ਕਿਤੇ ਲੀਡਰ ਨੇ ਜਿਹੜੇ ਉਹ ਸਮਝਦੇ ਨਹੀਂ ਹੈ, ਉਹਨਾਂ ਦੀ ਵੀ ਤਿਆਰੀ ਆ, ਕੱਲ ਮੀਟਿੰਗ ਕਰ ਰਹੇ ਆ, ਵੱਡੇ ਵੱਡੇ ਵਕੀਲ ਬੁਲਾਏ ਆ ਉਹਨਾਂ ਨੇ। ਤੁਸੀਂ ਉੱਥੇ 2-3 ਗੱਲਾਂ, ਐਮਐਸਪੀ ਰਹੇਗੀ ਜੀ, ਮੰਡੀ ਰਹੇਗੀ ਜੀ, ਅਸੀਂ ਆ ਦੋਨੋਂ ਚਾਰੋਂ ਚੀਜ਼ਾਂ ਲਿਖ ਕੇ ਅਸੀਂ ਕੋਰਟ 'ਚ ਦੇ ਦਿੰਦੇ ਆ 5 ਤਰੀਕ ਨੂੰ, ਕਿਉਂਕਿ 4 ਨੂੰ ਕੋਰਟ ਖੁੱਲ੍ਹ ਰਹੇ ਆ। ਇਹ ਐ ਨਹੀਂ ਹੋਣਾ, ਐ ਨਹੀਂ ਹੋਣਾ। ਬੇਸ਼ੱਕ ਕਿਸਾਨ ਮੁੜ ਜਾਣਗੇ, ਫਿਰ ਕਿਸਾਨ ਤੁਹਾਨੂੰ ਬਖਸ਼ ਦੇਣਗੇ, ਜਿਹੜਾ ਤੁਸੀਂ ਉਹਨਾਂ ਨਾਲ ਕੀਤਾ ਹੈ ਉਹ ਭੁੱਲ ਜਾਣਗੇ। ਐਂ ਤਾਂ ਤੁਸੀਂ ਕੱਲ ਨੂੰ ਫਿਰ ਨਵੇਂ ਮਿਲ ਬਣਾ ਦੋਗੇ ਉਹਨਾਂ ਦੇ ਉਲਟ। ਇਹ ਨਹੀਂ ਗੱਲ। ਪਹਿਲਾਂ ਆਪਣੇ ਮਨ 'ਚੋਂ ਉਹ ਕੜੱਤਨ ਕੱਢੋ, ਆਪਣੇ ਮਨ 'ਚੋਂ ਉਹ ਜ਼ਹਿਰ ਕੱਢੋ, ਆਪਣੇ ਮਨ 'ਚ ਜਿਹੜਾ ਪਿਆਰ ਨਹੀਂ, ਜਿਹੜੇ ਇਲਸਟ੍ਰੇਸ ਦਾ ਉਹ ਪਿਆਰ ਉਹ ਕੱਢ ਕੇ ਕਿਸਾਨਾਂ ਦਾ ਪਿਆਰ ਲੈ ਕੇ ਆਓ, ਫਿਰ ਇਹ ਗੱਲ ਬਣਨੀ ਆ। ਨਹੀਂ ਤੁਸੀਂ ਜਿਹੜਾ ਖੇਡਣਾ ਚਾਹੁੰਦੇ ਹੋ ਨਾ, ਆ ਦਿਓ ਬਿੱਲ ਵਾਪਸ ਹੋ ਗਏ, 2 ਅਸੀਂ ਕੱਲ ਨੂੰ ਕੋਰਟ 'ਚ ਲਿਖ ਕੇ ਦੇ ਦਾਂਗੇ, 4 ਤਰੀਕ ਨੂੰ, 5 ਤਰੀਕ ਨੂੰ ਕੋਰਟ ਕਹੇਗਾ ਹੋ ਗਿਆ ਜੀ, ਐਮਐਸਪੀ ਰਹਿ ਗਈ ਜੀ, ਤੁਹਾਡਾ ਜਿਹੜਾ ਇਹ ਉਹ ਮੰਡੀਆਂ ਰਹਿ ਗਈਆਂ ਜੀ, ਹੁਣ ਤੁਸੀਂ ਵਾਪਸ ਜਾਓ ਜੀ। ਇਹ ਹਜੇ ਲੰਬੀ ਲੜਾਈ ਆ। ਉਧਰ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਦੇ ਵੱਲੋਂ ਵਿਰੋਧੀ ਧਿਰਾਂ ਦੇ ਉੱਤੇ ਟਿੱਪਣੀ ਕੀਤੀ ਗਈ ਹੈ ਤੇ ਖਾਸ ਕਰਕੇ ਭਾਜਪਾ ਨੂੰ ਨਿਸ਼ਾਨੇ ਦੇ ਉੱਤੇ ਰੱਖਿਆ ਗਿਆ ਤੇ ਇਸ ਮੌਕੇ ਦੇ ਉੱਤੇ ਉਹਨਾਂ ਅਰਵਿੰਦ ਕੇਜਰੀਵਾਲ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੰਘੂ ਬਾਰਡਰ ਦੇ ਉੱਤੇ ਫ੍ਰੀ ਵਾਈਫਾਈ ਦੇਣ ਦਾ ਪਲਾਨ ਪੂਰਾ ਮੁਕੰਮਲ ਹੋ ਚੁੱਕਿਆ ਤੇ ਇਸ ਤੋਂ ਬਾਅਦ ਟਿੱਕਰੀ ਬਾਰਡਰ ਦੇ ਉੱਤੇ ਵੀ ਕਿਸਾਨਾਂ ਦੀ ਸੁਵਿਧਾ ਲਈ ਫ੍ਰੀ ਵਾਈਫਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। देखो आम आदमी पार्टी लगातार जी वाईफाई लगाने की प्रक्रिया है शुरू हो चुकी है। कल 10-15 जगह पर कल लग चुके थे। लगातार जिथे भी किसान बैठे ने जिथे भी समस्या आ रही है, आम आदमी पार्टी जी बतौर सेवादार वाईफाई का काम लवाने का काम कर रहे हैं। और अरविंद केजरीवाल जी ने सानू सख्त हदायत दी है कि हर जगह के उत्ते जिथे भी किसान बैठे ने बतौर सेवादार उन्होंने सेवा करो, चाहे वह पानी की सेवा की, चाहे मैं समझदा लंगर की सेवा की, चाहे दवाइयां की सेवा की, चाहे गर्म कपड़े बनने की सेवा की, चाहे जिहड़ा हैगा टॉयलेट्स की सेवा की। लगातार असीं सेवा कर रहे हैं ताकि देश के किसान को जी समस्या का सामना ना करना पवे।
ਦੇਖੋ ਜਿਹੜੇ ਦੋ ਕਿਸਾਨ ਜਿਹੜੇ ਦੋ ਆਰਡੀਨੈਂਸ ਵਾਪਸ ਹੋਏ ਨੇ, ਇੱਕ ਤਾਂ ਪਹਿਲਾਂ ਜਿਹੜਾ ਆਰਡੀਨੈਂਸ ਸੀ ਉਹ ਰੱਦ ਹੋ ਚੁੱਕਿਆ ਕਿਉਂਕਿ ਉਹ ਲਾਗੂ ਹੀ ਨਹੀਂ ਹੋਇਆ ਸੀਗਾ, ਔਰ ਇਹਦੇ ਨਾਲ ਮੈਂ ਸਮਝਦਾ ਕਿਸਾਨ ਦਾ ਬਿਲਕੁਲ ਫਾਇਦਾ ਹੋਊਗਾ। ਔਰ ਦੂਜਾ ਜਿਹੜਾ ਹੈਗਾ ਸਭ ਤੋਂ ਵੱਡੀ ਗੱਲ ਕੀ ਆ, ਜਿਹੜੇ 3 ਕਾਨੂੰਨ ਨੇਗੇ, ਜਿਹੜਾ ਇੱਕ ਜ਼ਰੂਰੀ ਬੱਸਾਂ ਦਾ ਕਾਨੂੰਨ ਆ ਔਰ ਦੂਜਾ 2 ਕਿਸਾਨ ਵਿਰੋਧੀ ਕਾਨੂੰਨ ਨੇ, ਉਹ ਤੁਰੰਤ ਜਿਹੜੇ ਹੈਗੇ ਨੇ ਵਾਪਸ ਹੋਣੇ ਚਾਹੀਦੇ ਨੇ, ਕਿਉਂਕਿ ਇਹ ਕਾਨੂੰਨ ਜਿਹੜੇ ਹੈਗੇ ਨੇ ਇਹਦੇ ਨਾਲ ਦੇਸ਼ ਦਾ ਕਿਸਾਨ ਆ, ਜਿਹੜਾ ਦੇਸ਼ ਦਾ ਅੰਨਦਾਤਾ, ਉਹ ਬਰਬਾਦ ਹੋਊਗਾ। ਔਰ ਇਹਦੇ ਨਾਲ ਜਿਹੜਾ ਪੂੰਜੀਪਤੀਆਂ, ਚੰਦ ਪੂੰਜੀਪਤੀਆਂ ਨੇ, ਜਿਹੜੇ ਕਾਰਪੋਰੇਟ ਘਰਾਣੇ ਨੇ, ਉਹਨਾਂ ਨੂੰ ਫਾਇਦਾ ਹੋਊਗਾ। ਸੋ ਮੈਂ ਸਮਝਦਾ 3 ਕਾਨੂੰਨ ਜਿਹੜੇ ਹੈਗੇ ਨੇ ਤੁਰੰਤ ਵਾਪਸ ਹੋਣੇ ਚਾਹੀਦੇ ਨੇਗੇ। ਉਧਰ ਭਾਜਪਾ ਦੇ ਵੱਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਲਗਾਏ ਗਏ ਦੁਸ਼ਯੰਤ ਗੌਤਮ ਦੇ ਵੱਲੋਂ ਵੀ ਬੀਤੇ ਦਿਨਾਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਜਿਸ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਪੰਜਾਬ ਸਰਕਾਰ ਅਤੇ ਪੰਜਾਬ ਦੀ ਪੁਲਿਸ ਦੇ ਉੱਤੇ ਟਿੱਪਣੀ ਕੀਤੀ ਹੈ। कि कुछ कहना दुष्यंत गौतम का सुनते हैं। बठिंडा वगैरह सभी जगह गए और उनकी हौसला अफजाई की, और हौसला अफजाई ही नहीं की, साथ साथ मैं उन कार्यकर्ताओं को भी नमन करता हूं जिनके घर के बाहर अलोकतांत्रिक तरीके से असामाजिक तत्वों की तरह से उनके घर के बाहर बैठे हुए थे, उनको परेशान कर रहे थे, तकलीफ कर रहे थे। इस सारे क्रम में आपने कहीं ना कहीं देखा होगा यहाँ की पंजाब की पुलिस कांग्रेस पुलिस के तरह से काम कर रही थी। जो देश के प्रधानमंत्री नरेंद्र मोदी जी ने अभी कांग्रेस बार बार कहती रही कि गरीबी हटाओ का नारा देकर कभी गरीबी नहीं हटाई और गरीबों का शोषण किया, चाहे वो दलित हो, किसान हो, मजदूर हो, और खासकर दलितों के एक नहीं मनरेगा के 2 करोड़ ऐसे कार्ड जो गरीब लोग के पास वो पैसा जाना चाहिए था, 2 करोड़ बोगस राशन कार्ड और मनरेगा कार्ड हमने पकड़े आधार कार्ड से जोड़कर, 5 करोड़ राशन कार्ड जिनके द्वारा गरीब आदमी सस्ता अनाज लेता है, अपना पेट भरता है, ऐसे लोग उन्होंने पाल रखे थे। ऐसी छात्रवृत्ति के मामले के अंदर करीब 65 लाख छात्रवृत्तियां जो बच्चे भी वहां पर नहीं होते थे, उनकी बोगस तरीके से ये प्राप्त कर खा जाया करते थे। और जिसका उदाहरण आपके सामने आज मिलता है कि केंद्र सरकार ने इन गरीबों के उत्थान के लिए, दलितों के उत्थान के लिए जो 1100 करोड़ से बढ़ाकर 6000 करोड़ 5 गुना हमने छात्रवृत्ति की है। जो डॉक्टर भीमराव अंबेडकर जी ने कहा था, शिक्षित बनो, दलितों को शिक्षित बनाने के लिए हर घर के बच्चे को, जिनके माँ बाप भी अनपढ़ है, उनको स्कूल तक पहुंचाना, पोस्ट मैट्रिक स्कॉलरशिप को बढ़ाकर विदेश में भी वो शिक्षा लेना चाहें उसकी भी सुविधा मुहैया कराना। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇਹਨਾਂ ਹੀ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ।